ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਸਾਹਿਤ, ਪੰਜਾਬੀ ਕਾਵਿ-ਧਾਰਾ ਭਾਗ ਦੂਜਾ, ਜਮਾਤ 12ਵੀਂ ਵਿੱਚ ਅਸੀਂ ਪਿਛਲੀ ਵੀਡੀਓ ਵਿੱਚ ਭਾਈ ਵੀਰ ਸਿੰਘ ਦੀ ਰਚਨਾ ਦੇ ਬਾਰੇ ਜਾਣਕਾਰੀ ਲਿੱਤੀ ਸੀ। ਅੱਜ ਅਸੀਂ ਦੂਜਾ ਭਾਗ ਭਾਈ ਵੀਰ ਸਿੰਘ ਦੀ ਰਚਨਾਵਾਂ ਦਾ ਪੜ੍ਹਾਂਗੇ, ਜਿਹਦੇ ਵਿੱਚ ਅਸੀਂ ਸਮਾਂ ਅਤੇ ਇਲਮ ਅਤੇ ਅਮਲ ਰਚਨਾਵਾਂ ਬਾਰੇ ਗੱਲ ਕਰਾਂਗੇ। ਸਾਡੀ ਪਹਿਲੀ ਰਚਨਾ ਜਿਹੜੀ ਰਹੇਗੀ ਉਹ ਹੈ ਸਮਾਂ। ਇਸ ਰਚਨਾ ਦੇ ਵਿੱਚ ਭਾਈ ਵੀਰ ਸਿੰਘ ਜੀ ਸਮੇਂ ਦੀ ਕਦਰ ਦੇ ਬਾਰੇ ਮਨੁੱਖ ਨੂੰ ਸਮਝਾ ਰਹੇ ਹਨ। ਉਹ ਦੱਸਦੇ ਨੇ ਕਿ ਸਮਾਂ ਸਾਡੇ ਲਈ ਕਿੰਨਾ ਕੀਮਤੀ ਹੈ। ਇੱਕ ਵਾਰ ਸਮਾਂ ਨਿਕਲ ਜਾਣ ਤੋਂ ਬਾਅਦ ਇਹ ਵਾਪਿਸ ਮੁੜ ਕੇ ਨਹੀਂ ਆਉਂਦਾ ਹੈ। ਅਸੀਂ ਹੁਣ ਸ਼ੁਰੂ ਕਰਾਂਗੇ ਜੀ। ਸਮਾਂ। ਰਹੀ ਵਾਸਤੇ ਘੱਤ ਸਮੇਂ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਇਹਨਾਂ ਸਤਰਾਂ ਦੇ ਵਿੱਚ ਭਾਈ ਵੀਰ ਸਿੰਘ ਜੀ ਸ਼ੁਰੂਆਤੀ ਸਤਰਾਂ ਵਿੱਚ ਕਹਿੰਦੇ ਨੇ ਕਿ ਇਸ ਵਿੱਚ ਉਹ ਖੁਦ ਨੂੰ ਇੱਕ ਔਰਤ ਮੰਨਦੇ ਹੋਏ, ਇੱਕ ਇਸਤਰੀ ਮੰਨਦੇ ਹੋਏ ਆਖਦੇ ਨੇ ਕਿ ਰਹੀ ਵਾਸਤੇ ਘੱਤ। ਵਾਸਤੇ ਦਾ ਮਤਲਬ ਮੈਂ ਉਹਨੂੰ ਬਹੁਤ ਮਿੰਨਤਾਂ ਕੀਤੀਆਂ, ਪਰ ਸਮੇਂ ਨੇ ਮੇਰੀ ਇੱਕ ਗੱਲ ਨਹੀਂ ਮੰਨੀ। ਫੜ ਫੜ ਰਹੀ ਤਰੀਕ, ਮੈਂ ਉਹਦੇ ਪੈਰਾਂ ਵਿੱਚ ਲਮਕ ਗਈ, ਉਹਨੂੰ ਬਹੁਤ ਕੋਸ਼ਿਸ਼ ਕੀਤੀ। ਇੱਥੇ ਜੋ ਪੁਰਸ਼ ਦਾ ਰੂਪ ਹੈ ਉਹ ਸਮੇਂ ਨੂੰ ਦਿੱਤਾ ਗਿਆ ਹੈ, ਅਤੇ ਭਾਈ ਵੀਰ ਸਿੰਘ ਜੀ ਖੁਦ ਨੂੰ ਇੱਕ ਇਸਤਰੀ ਰੂਪ ਦੇ ਵਿੱਚ ਮੰਨ ਰਹੇ ਹਨ। ਫੜ ਫੜ ਰਹੀ ਤਰੀਕ, ਇਸ ਵਿੱਚ ਕਹਿ ਰਹੇ ਨੇ ਕਿ ਮੈਂ ਉਹਨੂੰ ਉਹਦੇ ਪੈਰਾਂ ਵਿੱਚ ਲਮਕ ਗਈ ਕਿ ਕਿਸੇ ਤਰ੍ਹਾਂ ਉਹ ਰੁਕ ਜਾਵੇ, ਲੇਕਿਨ ਸਮੇਂ ਖਿਸਕਾਈ ਕੰਨੀ, ਉਹ ਕਿਨਾਰਾ ਕਰਕੇ, ਇੱਥੇ ਕੰਨੀ ਦਾ ਮਤਲਬ ਕਿਨਾਰਾ ਤੋਂ ਲਿੱਤਾ ਗਿਆ ਹੈ। ਸਮਾਂ ਕਿਨਾਰਾ ਕਰਕੇ ਅੱਗੇ ਨਿਕਲ ਗਿਆ। ਹੁਣ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਤੀਜੀ ਰਚਨਾ ਦੇ ਵਿੱਚ, ਤੀਜੀ ਸਤਰਾਂ ਦੇ ਵਿੱਚ ਕਹਿੰਦੇ ਨੇ ਕਿ ਕਿਵੇਂ ਨਾ ਸਕੀ ਰੋਕ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਮੈਨੂੰ ਬੜਾ ਦੁੱਖ ਹੈ ਕਿ ਮੈਂ ਉਸ ਸਮੇਂ ਨੂੰ ਕਿਉਂ ਨਾ ਰੋਕ ਸਕੇ। ਅਟਕ ਜੋ ਪਾਈ ਪੰਨੀ, ਅਟਕ ਯਾਨੀ ਕਿ ਮੈਨੇ ਬਹੁਤ ਰੁਕਾਵਟਾਂ ਰੱਖੀਆਂ ਉਹਦੇ ਅੱਗੇ, ਪਰ ਉਹ ਪਲ ਭਰ ਲਈ ਵੀ ਨਹੀਂ ਰੁਕਿਆ। ਤ੍ਰਿਖੇ ਆਪਣੇ ਵੇਗ, ਇੱਥੇ ਵੇਗ ਦਾ ਮਤਲਬ ਚਾਲ ਦੇ ਵਿੱਚੋਂ ਲਿੱਤਾ ਗਿਆ ਹੈ। ਇਧਰ ਭਾਈ ਵੀਰ ਸਿੰਘ ਜੀ ਇਸਤਰੀ ਰੂਪ ਦੇ ਵਿੱਚ ਕਹਿੰਦੇ ਨੇ ਕਿ ਜੋ ਸਮੇਂ ਦੀ ਚਾਲ ਹੈ ਉਹ ਬਹੁਤ ਹੀ ਤਿੱਖੀ ਹੈ, ਤੇਜ਼ ਹੈ। ਗਿਆ ਟੱਪ ਬੰਨੇ ਬੰਨੀ, ਇਸ ਲਈ ਉਹ ਸਾਰੀਆਂ ਹੱਦਾਂ ਨੂੰ ਤੋੜ ਕੇ ਨਿਕਲ ਗਿਆ। ਅਰਥਾਤ ਜੋ ਸਮਾਂ ਹੈ ਉਹ ਕਦੇ ਵੀ ਕਿਸੇ ਵੀ ਰੁਕਾਵਟ ਦੇ ਨਾਲ ਨਹੀਂ ਰੁਕਦਾ। ਉਹਦੀ ਚਾਲ ਨਿਰੰਤਰ ਗਤੀਸ਼ੀਲ ਹੈ, ਜੋ ਪ੍ਰਤੀ ਦਿਨ ਚਲਦੀ ਰਹਿੰਦੀ ਹੈ। ਦੂਜੀ ਰਚਨਾ ਵਿੱਚ ਹੁਣ ਦੇਖਦੇ ਹਾਂ ਦੂਸਰੇ ਸਤਰਾਵਾਂ ਦੇ ਵਿੱਚ। ਉਹ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਮਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਇਹਨਾਂ ਸਤਰਾਵਾਂ ਦੇ ਵਿੱਚ ਭਾਈ ਵੀਰ ਸਿੰਘ ਮਨੁੱਖ ਨੂੰ ਸਮਝਾ ਰਹੇ ਹਨ ਕਿ ਹੇ ਮਨੁੱਖ, ਹੋ ਅਜੇ, ਅਜੇ ਦਾ ਮਤਲਬ ਅੱਜ, ਕਿ ਹੇ ਮਨੁੱਖ ਤੂੰ ਅੱਜ ਇਸ ਸਮੇਂ ਨੂੰ ਸੰਭਾਲ ਲੈ। ਕਰ ਸਫਲ ਉਡਣ ਦਾ ਜਾਮਦਾ, ਕਿ ਇਹ ਜੋ ਸਮਾਂ ਹੈ ਇਹ ਦਿਨ ਪ੍ਰਤੀ ਦਿਨ ਅੱਗੇ ਨਿਕਲਦਾ ਜਾ ਰਿਹਾ ਹੈ, ਉੱਡਦਾ ਜਾ ਰਿਹਾ ਹੈ, ਭੱਜਦਾ ਜਾ ਰਿਹਾ ਹੈ। ਇਹ ਠਹਿਰਨ ਜਾਚ ਨਾ ਜਾਣਦਾ, ਇਸ ਨੂੰ ਰੁਕਣਾ ਨਹੀਂ ਆਉਂਦਾ। ਇਹ ਗਤੀਸ਼ੀਲ ਹੈ, ਇਹ ਕਦੀ ਰੁਕਦਾ ਨਹੀਂ ਹੈ। ਲੰਘ ਗਿਆ ਤੇ ਮੁੜ ਨਾ ਆਉਂਦਾ, ਲੰਘ ਗਿਆ ਨਾ ਮੁੜ ਕੇ ਆਮਦਾ, ਯਾਨੀ ਕਿ ਇੱਕ ਵਾਰ ਜੋ ਸਮਾਂ ਨਿਕਲ ਜਾਂਦਾ ਹੈ, ਬਾਅਦ ਵਿੱਚ ਇਨਸਾਨ ਦੇ ਕੋਲ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਬਚਦਾ। ਇਸ ਲਈ ਇਸ ਰਚਨਾ ਸਮਾਂ ਦੇ ਵਿੱਚ ਭਾਈ ਵੀਰ ਸਿੰਘ ਇਨਸਾਨ ਨੂੰ ਇਹ ਸਮਝਾਉਣਾ ਚਾਹ ਰਹੇ ਹਨ ਕਿ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਹੁਣ ਅਸੀਂ ਭਾਈ ਵੀਰ ਸਿੰਘ ਜੀ ਦੀ ਦੂਜੀ ਰਚਨਾ ਇਲਮ ਤੇ ਅਮਲ ਬਾਰੇ ਗੱਲ ਕਰਾਂਗੇ। ਇਲਮ ਤੇ ਅਮਲ, ਇਧਰ ਇਲਮ ਸਿੱਖਿਆ ਨੂੰ ਕਿਹਾ ਗਿਆ ਹੈ, ਅਮਲ ਦਾ ਮਤਲਬ ਹੈ ਉਸ ਤੇ ਗੌਰ ਕਰਨਾ।
ਭਾਈ ਵੀਰ ਸਿੰਘ ਦੇ ਕਹਿਣ ਦਾ ਮਤਲਬ ਹੈ ਕਿ ਸਿੱਖਿਆ ਤਾਂ ਸਾਰੇ ਪ੍ਰਾਪਤ ਕਰਦੇ ਨੇ, ਲੇਕਿਨ ਉਸ ਦੇ ਉੱਤੇ ਅਮਲ ਕਾਫੀ ਘੱਟ ਲੋਕ ਹੀ ਕਰ ਪਾਉਂਦੇ ਨੇ। ਇਹਦੇ ਵਿੱਚ, ਇਹਨਾਂ ਰਚਨਾਵਾਂ ਦੇ ਵਿੱਚ ਭਾਈ ਵੀਰ ਸਿੰਘ ਜੀ ਇਨਸਾਨ ਨੂੰ ਸਮਝਾਉਂਦੇ ਨੇ, ਸਿਰ ਕਚ ਕੋਲ ਬਣਾ ਹੱਥ ਲਿੱਤਾ, ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁਕ ਮੰਗ ਮੰਗ ਪਾਏ, ਤੁਨ ਤੁਨ ਕੇ ਇਹ ਭਰਿਆ। ਇਸ ਰਚਨਾ ਦੇ ਵਿੱਚ ਕਚਕੋਲ ਕਿਹਾ ਜਾਂਦਾ ਹੈ ਕਾਂਸੇ ਦੇ ਭਾਂਡੇ ਨੂੰ। ਭਾਈ ਵੀਰ ਸਿੰਘ ਇੱਥੇ ਆਪਣੇ ਸਿਰ ਨੂੰ, ਇੱਥੇ ਸਿਰ ਦਾ ਮਤਲਬ ਉਹਨਾਂ ਦੀ ਸੋਚ, ਉਹਨਾਂ ਦਾ ਮਾਈਂਡ, ਆਪਣੇ ਮਾਈਂਡ ਨੂੰ ਉਹਨਾਂ ਨੇ ਇੱਕ ਕਾਂਸੇ ਦਾ ਭਾਂਡਾ ਬਣਾ ਲਿਆ। ਪੜਿਆ ਦੁਆਰੇ ਫਿਰਿਆ, ਜਿਹਦੇ ਵਿੱਚ ਗਿਆਨ ਦੀ ਪ੍ਰਾਪਤੀ ਦੇ ਲਈ ਉਹ ਥਾਂ ਥਾਂ 'ਤੇ ਅਲੱਗ-ਅਲੱਗ ਵਿਦਵਾਨਾਂ ਦੇ ਕੋਲ ਉਹਨਾਂ ਨੇ ਵਿਚਾਰ ਵਟਾਂਦਰਾ ਕੀਤੀਆਂ ਅਤੇ ਉਹਨਾਂ ਦੇ ਨਾਲ ਉਹਨਾਂ ਤੋਂ ਗਿਆਨ ਪ੍ਰਾਪਤ ਕੀਤਾ। ਦਰ ਦਰ ਦੇ ਟੁਕ ਮੰਗ ਮੰਗ ਪਾਏ, ਯਾਨੀ ਕਿ ਥਾਂ ਥਾਂ 'ਤੇ ਜਾ ਕੇ ਉਹਨਾਂ ਵਿਚਾਰਾਂ ਤੋਂ ਸਿੱਖਿਆ ਪ੍ਰਾਪਤ ਕੀਤੀ। ਤੁਨ ਤੁਨ ਕੇ ਇਹ ਭਰਿਆ, ਤੁਨ ਤੁਨ ਦਾ ਮਤਲਬ ਹੁੰਦਾ ਨੱਕੋ ਨੱਕ, ਯਾਨੀ ਕਿ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਹਾਂ ਜਦੋਂ ਕੋਈ ਚੀਜ਼ ਨੱਕੋ ਨੱਕ, ਯਾਨੀ ਕਿ ਅਗਰ ਆਪਾਂ ਕਾਂਸੇ ਦਾ ਭਾਂਡਾ ਗੜਵੇ ਦੇ ਰੂਪ ਵਿੱਚ ਲਈਏ ਤਾਂ ਗੜਵੇ ਦਾ ਜੋ ਗਰਦਨ ਤੱਕ ਦਾ ਮੂੰਹ ਹੈ ਉਧਰ ਤੱਕ ਉਹਨਾਂ ਨੇ ਗਿਆਨ ਪ੍ਰਾਪਤ ਕਰ ਲਿਆ। ਭਰਿਆ ਦੇਖ ਅਫਰਿਆਂ ਮੇਸਾਂ, ਜਾਣਾ ਪੰਡਤ ਹੋਆ। ਇਸ ਰਚਨਾ ਦੇ ਵਿੱਚ ਹੁਣ ਭਾਈ ਵੀਰ ਸਿੰਘ ਜੀ ਇਹ ਦੱਸ ਰਹੇ ਨੇ ਕਿ ਜਦ ਉਹਨਾਂ ਨੂੰ ਗਿਆਨ ਪ੍ਰਾਪਤ ਹੋ ਗਈ, ਤਾਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ, ਤੇ ਹੁਣ ਵਿਅਕਤੀ ਹੈ ਜੋ ਇੱਥੇ ਭਾਈ ਵੀਰ ਸਿੰਘ ਇਨਸਾਨ ਨੂੰ ਸੰਬੋਧਿਤ ਕਰਦੇ ਹੋਏ ਕਹਿ ਰਹੇ ਨੇ ਕਿ ਇਨਸਾਨ ਦੀ ਪ੍ਰਵਿਰਤੀ ਇਹੋ ਜਿਹੀ ਹੈ ਕਿ ਜਦ ਉਹਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਤੇ ਉਹਨੇ ਇਹ ਜਾਣ ਲਿਆ ਕਿ ਮੇਰੇ ਤੋਂ ਵੱਡਾ ਪੰਡਤ, ਯਾਨੀ ਕਿ ਪੰਡਤ ਇੱਥੇ ਵਿਦਵਾਨ ਨੂੰ ਕਿਹਾ ਗਿਆ ਹੈ, ਦੁਨੀਆ ਵਿੱਚ ਕੋਈ ਨਹੀਂ ਹੈ। ਟਿਕੇ ਨਾ ਪੈਰ ਜਮੀ ਤੇ ਮੇਰਾ, ਉੱਚਾ ਹੋ ਟੁਰਿਆ। ਹੁਣ ਗਿਆਨ ਦੀ ਪ੍ਰਾਪਤੀ ਕਰਨ ਤੋਂ ਬਾਅਦ ਭਾਈ ਵੀਰ ਸਿੰਘ ਜੀ ਕਹਿਣਾ ਚਾਹੁੰਦੇ ਹਨ ਕਿ ਜੋ ਇਨਸਾਨ ਹੈ, ਗਿਆਨ ਦੀ ਪ੍ਰਾਪਤੀ ਤੋਂ ਬਾਅਦ ਉਹਦੇ ਪੈਰ ਜ਼ਮੀਨ 'ਤੇ ਟਿਕ ਹੀ ਨਹੀਂ ਰਹੇ, ਅਰਥਾਤ ਉਹ ਆਪਣੇ ਵਾਂਗੂ ਦੂਜੇ ਲੋਕਾਂ ਨੂੰ ਆਪਣੇ ਸਾਹਮਣੇ ਕੱਖ ਵੀ ਨਹੀਂ ਸਮਝ ਰਿਹਾ। ਇੱਕ ਦਿਨ ਇਹ ਕਚਕੋਲ ਲੈ ਗਿਆ, ਮੁਰਸ਼ਦ ਮੂਰੇ ਤਰਿਆ। ਕਚਕੋਲ ਕਾਸੇ ਦਾ ਭਾਂਡਾ ਹੈ। ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਇੱਕ ਦਿਨ ਮੈਂ ਆਪਣੇ ਇਸ ਮਾਈਂਡ ਨੂੰ, ਇਸ ਸੋਚ ਨੂੰ, ਇਸ ਦਿਮਾਗ ਨੂੰ ਆਪਣੇ ਮੁਰਸ਼ਦ ਯਾਨੀ ਕਿ ਗੁਰੂ ਦੇ ਕੋਲ ਲੈ ਗਿਆ। ਉਹਨਾਂ ਨੂੰ ਜਾ ਕੇ ਜਦ ਮੈਨੇ ਆਪਣਾ ਦਿਮਾਗ ਉਹਨਾਂ ਦੇ ਅੱਗੇ ਰੱਖਿਆ, ਇੱਥੇ ਇਹ ਗੱਲ ਸੋਚਣ ਵਾਲੀ ਹੈ ਕਿ ਇਹ ਕਲਪਨਾ ਕੀਤੀ ਜਾ ਰਹੀ ਹੈ। ਝੂਠ ਝੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ। ਲੇਕਿਨ ਜਦ ਮੈਂ ਆਪਣੇ ਮੁਰਸ਼ਦ ਦੇ ਕੋਲ ਆਪਣੀ ਇਸ ਸੋਚ ਨੂੰ ਲੈ ਕੇ ਗਿਆ ਤਾਂ ਮੇਰੇ ਮੁਰਸ਼ਦ ਨੇ ਇਹਨੂੰ ਝੂਠ ਯਾਨੀ ਕਿ ਬੇਕਾਰ ਕਹਿ ਦਿੱਤਾ ਕਿ ਇਹ ਤਾਂ ਕੇਵਲ ਛਲਾਵਾ ਹੈ, ਇਹ ਝੂਠ ਹੈ। ਉਹਨਾਂ ਨੇ ਫਿਰ ਸਾਰਾ ਦਾ ਸਾਰਾ ਖਾਲੀ ਕਰ ਦਿੱਤਾ, ਯਾਨੀ ਕਿ ਮੇਰੇ ਦਿਮਾਗ ਵਿੱਚ ਜੋ ਵਿਦਵਾਨਤਾ ਦਾ ਗੁਣ ਵਸ ਚੁੱਕਿਆ ਸੀ, ਮੈਂ ਖੁਦ ਨੂੰ ਮਹਾਨ ਸਮਝਣ ਲੱਗਿਆ ਸੀ, ਉਹ ਮੇਰੇ ਮੁਰਸ਼ਦ ਨੇ ਮੇਰਾ ਸਾਰੇ ਵਹਿਮ ਭਰਮ ਦੂਰ ਕਰ ਦਿੱਤੇ। ਮਲ ਮਲ ਕੇ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਹੀ। ਮਲ ਮਲ ਦਾ ਮਤਲਬ ਹੈ ਰਗੜ ਰਗੜ ਕੇ ਉਹਨਾਂ ਨੇ ਮੇਰੇ ਕਾਂਸੇ ਦੇ ਭਾਂਡੇ ਕਚਕੋਲ ਨੂੰ ਧੋਤਾ। ਇੱਥੇ ਕਾਂਸੇ ਦਾ ਭਾਂਡਾ ਕਚਕੋਲ ਯਾਨੀ ਕਿ ਮਾਈਂਡ ਨੂੰ ਕਿਹਾ ਗਿਆ ਹੈ। ਉਹਨਾਂ ਨੇ ਮੇਰੇ ਮਨ ਨੂੰ ਪੂਰੀ ਤਰ੍ਹਾਂ ਧੋਤਾ ਔਰ ਉਹਦੇ ਅੰਦਰੋਂ ਮੈਲ ਇਲਮ ਦੀ ਲਾਹੀ। ਇਲਮ ਦਾ ਮਤਲਬ ਸਿੱਖਿਆ, ਜੋ ਮੈਨੂੰ ਅਹੰਕਾਰ ਹੋ ਚੁੱਕਿਆ ਸੀ ਕਿ ਮੇਰੇ ਤੋਂ ਵੱਡਾ ਕੋਈ ਵਿਦਵਾਨ ਨਹੀਂ, ਉਹ ਸਾਰੀ ਮੈਲ ਮੇਰੇ ਗੁਰੂ ਨੇ ਲਾ ਦਿੱਤੀ। ਦੇਖੋ ਇਹ ਕਚਕੋਲ ਲਿਸ਼ਕਿਆ, ਕਵਲ ਵਾਂਗ ਫਿਰ ਖਿੜਿਆ। ਇੱਥੇ ਹੁਣ ਭਾਈ ਵੀਰ ਸਿੰਘ ਜੀ ਕਹਿ ਰਹੇ ਨੇ ਕਿ ਹੁਣ ਮੇਰੇ ਗੁਰੂ ਦੀ ਸਿੱਖਿਆ ਤੋਂ ਬਾਅਦ, ਮੇਰੇ ਗੁਰੂ ਦੇ ਗਿਆਨ ਤੋਂ ਬਾਅਦ ਮੇਰਾ ਜੋ ਕਚਕੋਲ ਵਰਗਾ ਲਿਸ਼ਕਦਾ ਭਾਂਡਾ ਹੈ, ਅਰਥਾਤ ਮੇਰਾ ਜੋ ਦਿਮਾਗ ਹੈ ਉਹ ਹੁਣ ਕਮਲ ਦਾ ਫੁੱਲ ਨੂੰ ਕਵਲ ਕਿਹਾ ਗਿਆ ਹੈ, ਇਹਦੇ ਵਾਂਗੂ ਹੁਣ ਖਿੜ ਚੁੱਕਿਆ ਹੈ। ਇਹਨਾਂ ਰਚਨਾ ਦੇ ਵਿੱਚ ਅਸੀਂ ਇਹ ਵੇਖਦੇ ਹਾਂ ਕਿ ਭਾਈ ਵੀਰ ਸਿੰਘ ਮਨੁੱਖੀ ਗਿਆਨ ਨੂੰ ਸਭ ਤੋਂ ਅੱਗੇ ਰੱਖਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਗੁਰੂ ਤੋਂ ਬਿਨਾਂ ਗਿਆਨ ਕਦੇ ਪ੍ਰਾਪਤ ਨਹੀਂ ਹੁੰਦਾ। ਸਿਆਣਿਆਂ ਦਾ ਕਥਨ ਵੀ ਹੈ, ਬਾਜ ਗੁਰੂ ਸੂਨਾ ਸੰਸਾਰ। ਇਸ ਲਈ ਗਿਆਨ ਪ੍ਰਾਪਤ ਕਰਨ ਦੇ ਲਈ ਇੱਕ ਗੁਰੂ ਦਾ ਹੋਣਾ
ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਗੁਰੂ ਹੀ ਉਸ ਮੋਮਬੱਤੀ ਦੇ ਸਮਾਨ ਹੈ ਜੋ ਖੁਦ ਜਲ ਕੇ ਆਪਣੇ ਸ਼ਿਸ਼ੇ ਨੂੰ ਅੱਗੇ ਮਾਰਗ ਤੱਕ ਲੈ ਜਾਂਦਾ ਹੈ। ਇਸ ਰਚਨਾ ਦੇ ਵਿੱਚ ਅਸੀਂ ਭਾਈ ਵੀਰ ਸਿੰਘ ਜੀ ਦੀ 2 ਰਚਨਾਵਾਂ ਦੇ ਬਾਰੇ ਪੜ੍ਹਿਆ। ਅੱਗੇ ਅਭਿਆਸ ਪ੍ਰਸ਼ਨ ਕਾਫੀ ਹੀ ਸਰਲ ਤਰੀਕੇ ਦੇ ਨਾਲ ਦੱਸੇ ਗਏ ਨੇ, ਜਿਨ੍ਹਾਂ ਦੇ ਵਿੱਚੋਂ ਅਸੀਂ ਪਹਿਲੇ ਕੁਐਸਚਨ ਦੇ ਵਿੱਚ ਜੋ ਊੜਾ ਹੈ ਉਹ ਸਮੇਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਔਰ ਦੂਜੇ ਦੇ ਵਿੱਚ ਇਲਮ ਤੇ ਅਮਲ ਦੇ ਬਾਰੇ। ਇਹਨਾਂ ਕਵਿਤਾਵਾਂ ਨੂੰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਲਿਖਿਆ ਗਿਆ ਹੈ। ਅਸੀਂ ਫਿਰ ਮਿਲਾਂਗੇ ਅਗਲੇ ਵੀਡੀਓ ਅਗਲੇ ਪਾਠ ਦੇ ਵਿੱਚ। ਤਾਂ ਤੱਕ ਦੇ ਰਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।